1 ਲੱਖ ਕਰੋੜ ਦੇ ਬਰਾਬਰ ਤੁਸੀਂ 4000 ਕਰੋੜ ਦਾ ਕਰਜ਼ਾ, ਉਹ ਵੀ ਉਹਨਾਂ ਲੋਕਾਂ ਦਾ ਜਿਹੜੇ ਸਿੱਧੇ ਰੂਪ ਚ ਕਾਂਗਰਸ ਨਾਲ ਜੁੜੇ ਹੋਏ ਨੇ। ਔਰ ਤੁਸੀਂ ਦੇਖੋ ਕਾਂਗਰਸ ਦਾ ਨੁਮਾਇੰਦਾ ਇੱਥੇ ਕੋਈ ਹੈ ਨਹੀਂਗਾ। ਬਟਵਾ ਸਾਹਿਬ ਨੁਮਾਇੰਦਾ ਕਾਂਗਰਸ ਦਾ ਤੇ ਕੋਈ ਨਹੀਂ ਹੈਗਾ, ਇਸ ਕਰਕੇ ਕਾਂਗਰਸ ਦੇ ਵਿਰੁੱਧ ਨਾ ਬੋਲੋ। ਕਾਂਗਰਸ ਕਹਿੰਦੀ ਹੈ ਕਿ ਅਸੀਂ ਕਦੇ ਵੀ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਨਹੀਂ ਦਿੱਤੀ, ਪਰ ਸਭ ਤੋਂ ਵੱਧ ਇਹਨਾਂ ਨੇ ਦਿੱਤੀ। ਜੋ ਦੀਪ ਸਿੱਧੂ ਦਾ 26 ਜਨਵਰੀ ਨੂੰ ਰੋਲ ਰਿਹਾ ਹੈ, ਜਿਹਦੇ ਕਰਕੇ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਮੈਂ ਨਹੀਂ ਕਹਿੰਦਾ, ਤੁਸੀਂ ਵੀ ਕਹਿੰਦੇ ਹੋਗੇ, ਤੁਸੀਂ ਵੀ ਮਹਿਸੂਸ ਕਰਦੇ ਹੋਗੇ ਕਿ ਵਾਕਿਆ ਕਿ 26 ਜਨਵਰੀ ਤੋਂ ਬਾਅਦ ਜਿਹੜੀ ਇੱਕ ਢਾਹ ਲੱਗੀ ਹੈ। ਜੋ ਕੁਛ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ, ਜਿਸ ਤਰ੍ਹਾਂ ਦਾ ਉੱਥੇ ਜੋ ਕੁਛ ਵਾਪਰਿਆ, ਉਹ ਨਹੀਂ ਸੀ ਵਾਪਰਨਾ ਚਾਹੀਦਾ। ਇੰਦਰਾ ਗਾਂਧੀ ਤੋਂ ਜਸਟੀਫਾਈ ਕਰਦੀ ਸੀ, ਸਮੁੱਚੀ ਕਾਂਗਰਸ ਨੂੰ ਜਸਟੀਫਾਈ ਕਰਦੀ ਸੀ ਕਿ ਹਾਲਾਤ ਅਜਿਹੇ ਬਣ ਗਏ ਸੀ ਕਿ ਐਮਰਜੈਂਸੀ ਲਾਉਣੀ ਜ਼ਰੂਰੀ ਹੋ ਗਈ ਸੀ। ਔਰ ਜੇ ਇੰਦਰਾ ਗਾਂਧੀ ਨੇ ਗਲਤੀ ਕੀਤੀ ਹੈ, ਜਿਹੜਾ ਕਿ ਸਾਰਾ ਦੇਸ਼ ਕਹਿੰਦਾ ਰਿਹਾ ਹੈ, ਤੇ ਜੇ ਅੱਜ ਰਾਹੁਲ ਗਾਂਧੀ ਨੇ ਸਵੀਕਾਰ ਕੀਤਾ ਹੈ ਕਿ ਮੇਰੀ ਦਾਦੀ ਨੇ ਗਲਤੀ ਕੀਤੀ ਸੀ, ਫਿਰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਨਾਲ ਜੁੜੇ ਨੇ ਵਿਰਸਾ ਸਿੰਘ ਵਲਟੋਆ, ਅਕਾਲੀ ਆਗੂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਲਟੋਆ ਸਾਹਿਬ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ। ਐਮਰਜੈਂਸੀ ਬਲਟੋਆ ਸਾਹਿਬ, ਸਤਿ ਸ਼੍ਰੀ ਅਕਾਲ। ਗੁਰਨਾਮ ਸਿੰਘ ਅਕੀਦਾ ਮੈਂ। ਜਿਹੜਾ ਐਮਰਜੈਂਸੀ ਲੱਗੀ ਸੀ 1975 ਦੇ ਵਿੱਚ ਇੰਦਰਾ ਗਾਂਧੀ ਨੂੰ, ਰਾਹੁਲ ਗਾਂਧੀ ਨੇ ਉਸ ਨੂੰ ਗਲਤ ਠਹਿਰਾਇਆ, ਨਾਲ ਹੀ ਕਿਹਾ ਕਿ ਨਰਿੰਦਰ ਮੋਦੀ ਹੋਰੀ ਉਸ ਤੋਂ ਵੱਧ ਸਖਤ ਜ਼ਬਰਦਸਤੀ ਕਰ ਰਹੇ ਨੇ। CAA ਲਾ ਕੇ, ਖੇਤੀ ਕਾਨੂੰਨ ਕਰਕੇ ਜ਼ਬਰਦਸਤੀ, ਉਹ GST ਲਾ ਕੇ ਜ਼ਬਰਦਸਤੀ, ਉਹ ਨੋਟਬੰਦੀ ਕਰਕੇ ਉਸ ਤੋਂ ਵੱਧ ਕਰੂਰਤਾ ਕੰਮ ਕਰ ਰਹੇ ਨੇ, ਭਾਵੇਂ ਕਿ ਮੇਰੀ ਦਾਦੀ ਵੱਲੋਂ ਵੀ ਕੀਤੀ ਵੱਡੀ ਗਲਤੀ ਸੀ ਉਹ। ਬਲਟੋਆ ਸਾਹਿਬ, ਇਹ 'ਚ ਕੋਈ ਦਰਾਵਾ ਨਹੀਂ ਹੈ ਕਿ ਦੇਸ਼ ਦੇ ਹਰੇਕ ਵਿਅਕਤੀ ਨੇ ਇੰਦਰਾ ਗਾਂਧੀ ਵੱਲੋਂ, ਚਾਹੇ ਅਸੀਂ ਉਸ ਸਮੇਂ ਬਹੁਤ ਛੋਟੇ ਸੀਗੇ ਜੀ, ਇੰਦਰਾ ਗਾਂਧੀ ਵੱਲੋਂ ਲਾਈ ਹੋਈ ਐਮਰਜੈਂਸੀ ਦਾ ਵਿਰੋਧ ਕੀਤਾ ਸੀਗਾ, ਤੇ ਲੋਕਤੰਤਰ ਦੇ ਉੱਤੇ ਹਮਲਾ ਤੇ ਦੇਸ਼ ਦੇ ਲੋਕਾਂ ਦੀ ਆਜ਼ਾਦੀ ਦੇ ਉੱਤੇ ਹਮਲਾ ਜਿਹੜਾ ਸੀਗਾ, ਉਹਨੂੰ ਕਰਾਰ ਦਿੱਤਾ ਸੀਗਾ। ਉਸ ਸਮੇਂ ਇੰਦਰਾ ਗਾਂਧੀ ਤੇ ਜਸਟੀਫਾਈ ਕਰਦੀ ਸੀ, ਸਮੁੱਚੀ ਕਾਂਗਰਸ ਨੂੰ ਜਸਟੀਫਾਈ ਕਰਦੀ ਸੀ ਕਿ ਹਾਲਾਤ ਅਜਿਹੇ ਬਣ ਗਏ ਸੀ ਕਿ ਐਮਰਜੈਂਸੀ ਲਾਉਣੀ ਜ਼ਰੂਰੀ ਹੋ ਗਈ ਸੀ। ਔਰ ਜੇ ਇੰਦਰਾ ਗਾਂਧੀ ਨੇ ਗਲਤੀ ਕੀਤੀ ਹੈ, ਜਿਹੜਾ ਕਿ ਸਾਰਾ ਦੇਸ਼ ਕਹਿੰਦਾ ਰਿਹਾ ਹੈ, ਤੇ ਜੇ ਅੱਜ ਰਾਹੁਲ ਗਾਂਧੀ ਨੇ ਸਵੀਕਾਰ ਕੀਤਾ ਹੈ ਕਿ ਮੇਰੀ ਦਾਦੀ ਨੇ ਗਲਤੀ ਕੀਤੀ ਸੀ, ਫਿਰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਕੀ ਦੇਸ਼ ਦੇ ਲੋਕਾਂ ਦੀ ਆਜ਼ਾਦੀ ਦੇ ਹੱਕ ਖੋਹਣ ਵਾਲੀ, ਦੇਸ਼ ਦੇ ਲੋਕਾਂ ਦੇ ਉੱਤੇ ਐਮਰਜੈਂਸੀ ਦੇ ਵਿੱਚ ਜ਼ਬਰ ਕਰਨ ਵਾਲੀ, ਦੇਸ਼ ਦੀਆਂ ਜਿੰਨੀਆਂ ਜੇਲ੍ਹਾਂ ਸੀ ਉਹ ਆਮ ਨਾਗਰਿਕਾਂ ਵਾਸਤੇ, ਤੇ ਜਿੰਨੇ ਵੀ ਰਾਜਨੀਤਿਕ ਵਿਰੋਧੀ ਸੀ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਤਸੀਹੇ ਦੇਣ ਵਾਲੀ, ਕਿ ਅੱਜ ਸਜ਼ਾ ਦੀ ਹੱਕਦਾਰ ਨਹੀਂ? ਕੀ ਰਾਹੁਲ ਗਾਂਧੀ ਜੀ ਜਾ ਕੇ ਇੰਦਰਾ ਗਾਂਧੀ ਦੇ ਵਿਰੁੱਧ 1975 ਦੇ ਵਿੱਚ ਐਮਰਜੈਂਸੀ ਲਾਉਣ ਦੇ ਕੀਤੇ ਹੋਏ ਗੁਨਾਹ ਦੀ FIR ਦਰਜ ਕਰਾਉਣਗੇ? ਭਾਵੇਂ ਕਿ ਅੱਜ ਉਹ ਦੁਨੀਆ ਤੇ ਨਹੀਂ, ਅੱਜ ਉਹਨੂੰ ਸਜ਼ਾ ਕਿਸੇ ਤਰ੍ਹਾਂ ਦੀ ਨਹੀਂ ਦਿੱਤੀ ਜਾ ਸਕਦੀ, ਪਰ ਇਤਿਹਾਸ ਦੇ ਵਿੱਚ ਕੀਤੀ ਹੋਈ ਗਲਤੀ ਦਾ ਇੱਕ ਜਿਹੜਾ ਇਤਿਹਾਸਕ ਜਿਹੜਾ ਆ ਉਹ ਜਿਹੜਾ ਸਾਹਮਣੇ ਆਉਣਾ ਚਾਹੀਦਾ ਆ। ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ, ਔਰ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਦੇਸ਼ ਦੀ ਪਾਰਟੀ ਸੀ ਜਿਹਨੇ ਮੋਹਰੇ ਹੋ ਕੇ ਐਮਰਜੈਂਸੀ ਦੇ ਵਿਰੁੱਧ ਲੜਾਈ ਲੜੀ, ਮੋਰਚਾ ਲਾਇਆ, ਔਰ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਪੰਜਾਬੀ ਨੇ, ਅਕਾਲੀ ਨੇ, ਉਹ ਜੇਲ੍ਹਾਂ ਵਿੱਚ ਗਏ, ਔਰ ਵੱਡੀ ਲੀਡਰਸ਼ਿਪ ਜਿਹੜੀ ਹੈ 19 ਮਹੀਨੇ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਇੰਦਰਾ ਗਾਂਧੀ ਵੱਲੋਂ ਲਾਈ ਹੋਈ ਐਮਰਜੈਂਸੀ ਦੇ ਕਾਰਨ ਜੇਲ੍ਹਾਂ ਦੇ ਵਿੱਚ ਰਹੀ। ਔਰ ਰਾਹੁਲ ਗਾਂਧੀ ਨੂੰ ਕੇਵਲ ਗੱਲਾਂ ਬਾਤੀ ਨਹੀਂ ਸਾਰਨਾ ਚਾਹੀਦਾ ਕਿ ਹੁਣ ਤੁਸੀਂ ਇਸ ਗੱਲ ਨਾਲ ਕੰਪੇਅਰ ਕਰੋ। ਇਹ 'ਚ ਕੋਈ ਡਰਾਮਾ ਨਹੀਂ, ਕਿਉਂਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਦੇ ਕਦਮ ਚੁੱਕੇ ਨੇ, ਚਾਹੇ ਉਹ 370 ਤੋੜਨ ਵਾਲੀ ਗੱਲ ਹੈ, ਚਾਹੇ ਨੋਟਬੰਦੀ ਵਾਲੀ ਗੱਲ ਹੈ, ਚਾਹੇ GST ਵਾਲੀ ਗੱਲ ਆ, ਤੇ ਚਾਹੇ CAA ਦੀ ਗੱਲ ਕਰ ਲਈਏ, ਤੇ ਚਾਹੇ ਹੁਣ ਜਿਹੜੇ ਕਿਸਾਨੀ ਕਾਨੂੰਨ, ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ, ਕਿਸੇ ਵੀ ਮਸਲੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਹੋਏ ਕਦਮ ਜਿਹੜੇ ਨੇ, ਜਿਸ ਤਰ੍ਹਾਂ ਦੀ ਡਿਕਟੇਟਰਸ਼ਿਪ ਹੁੰਦੀ ਹੈ, ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ ਜਿਸ ਪਾਸੇ ਨੂੰ ਦੇਸ਼ ਲਿਜਾਣਾ ਚਾਹੁੰਦੇ ਨੇ। ਔਰ ਜਿਸ ਤਰ੍ਹਾਂ ਦੀ ਦੇਸ਼ ਦੇ ਅੰਦਰ ਇੱਕ ਵੰਡ ਖੜੀ ਕਰਕੇ, ਇੱਕ ਦੇਸ਼ ਦੇ ਲੋਕਾਂ ਦੇ ਵਿੱਚ ਫਿਰਕੂ ਤਣਾਅ ਪੈਦਾ ਕਰਕੇ, ਇੱਕ ਡਰ ਪੈਦਾ ਕਰਕੇ ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ, ਇਹਦੇ ਵਿੱਚ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜ੍ਹੀ ਹੈ। ਔਰ ਬਹੁਤ ਵੱਡੇ ਤੇ ਮਾੜੇ ਤੇ ਗਲਤ ਕਦਮ ਜਿਹੜੇ ਹੈ ਮੌਜੂਦਾ ਸਰਕਾਰ ਵੱਲੋਂ ਜਿਹੜੇ ਹੈ ਉਹ ਚੁੱਕੇ ਜਾ ਰਹੇ ਜੀ। ਕੀ ਤੁਹਾਨੂੰ ਲੱਗਦਾ ਬਲਟੋਆ ਸਾਹਿਬ ਕਿ ਜਿੱਦਾਂ ਇੰਦਰਾ ਗਾਂਧੀ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਪਣਾ ਜੇਲ੍ਹ 'ਚ ਭੇਜਿਆ ਸੀਗਾ, ਕਿ ਮੋਦੀ ਜੀ ਨਹੀਂ ਉਸ ਕੈਟਾਗਰੀ 'ਚ ਖੜ ਗਏ ਆ ਕੇ ਕਿ ਦੇਸ਼ ਵਿਰੋਧੀ ਕੰਮ ਕਰ ਰਹੇ ਨੇ? ਉਹ ਇਹ 'ਚ ਕੋਈ ਦਰਾਮਾ ਨਹੀਂ ਹੈ। ਮੋਦੀ ਜੀ ਜਿਸ ਤਰ੍ਹਾਂ ਦੇ ਗੁਨਾਹ ਕਰ ਰਹੇ ਨੇ, ਜਿਸ ਤਰ੍ਹਾਂ ਦੀਆਂ ਗਲਤੀਆਂ ਕਰ ਰਹੇ ਨੇ,
ਤੇ ਕੱਲ ਨੂੰ ਉੱਠ ਕੇ ਆਣ ਕੇ ਕੋਈ ਭਾਰਤੀ ਜਨਤਾ ਪਾਰਟੀ ਦਾ 15 20 30 ਸਾਲਾਂ ਬਾਅਦ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਡੇ ਜਿਹੜੇ ਨਰਿੰਦਰ ਮੋਦੀ ਹੋਏ ਸੀ ਉਹਨਾਂ ਨੇ ਆਹ ਗਲਤੀ ਕੀਤੀ ਸੀ, ਉਹਦਾ ਉਦੋਂ ਕਿਸੇ ਨੂੰ ਕੀ ਲਾਭ? ਅੱਜ ਦੇਸ਼ ਨੂੰ ਜਿਸ ਪਾਸੇ ਨੂੰ ਲਿਜਾਇਆ ਜਾ ਰਿਹਾ ਆ, ਜਿਸ ਤਰ੍ਹਾਂ ਦਾ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਦੀ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੇ ਮਨਮਰਜ਼ੀ ਦੇ ਫੈਸਲੇ ਲਏ ਜਾ ਰਹੇ ਆ, ਲੋਕਾਂ ਦੀ ਭਾਵਨਾਵਾਂ ਦੇ ਵਿਰੁੱਧ ਲਏ ਜਾ ਰਹੇ ਆ, ਲੋਕਾਂ ਦੀ ਇੱਛਾ ਦੇ ਵਿਰੁੱਧ ਲਏ ਜਾ ਰਹੇ ਨੇ, ਤੇ ਇਸ ਤਰ੍ਹਾਂ ਥੋੜੀ ਦੇਸ਼ ਚੱਲਦੇ ਨੇ। ਇਹ ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ। ਜੇ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਆ, ਲੋਕਾਂ ਨੇ ਤੁਹਾਨੂੰ ਮੈਂਡੇਟ ਦੇ ਦਿੱਤਾ ਆ, ਇਹਦਾ ਮਤਲਬ ਇਹ ਤੁਸੀਂ ਥੋੜੀ ਹੈ ਕਿ ਮਨਮਰਜ਼ੀ ਕਰੋਗੇ। ਠੀਕ ਹੈ। ਅੱਛਾ ਬਲਟੋਆ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਕਰਾਉਣ ਦੀ ਮੰਗ ਉੱਠੀ ਆ, ਕਿ ਸੱਚੀ ਮੁੱਚ ਚੋਣਾਂ ਹੋਣ ਵਾਲੀਆਂ ਨੇ ਕਿ ਅਜੇ ਟਾਈਮ ਹੈਗਾ ਸ਼੍ਰੋਮਣੀ ਕਮੇਟੀ ਦਾ? ਦੇਖੋ, ਚੋਣਾਂ ਦੀ ਮੰਗ ਤੇ ਮੇਰਾ ਖਿਆਲ ਹੈ ਕਿ ਇਹ ਲੰਬੇ ਸਮੇਂ ਤੋਂ 2016 ਤੋਂ ਹੀ ਕਰੀ ਆ ਰਹੇ, ਕਿਉਂਕਿ 2016 ਤੱਕ ਇਹਦਾ ਹਾਊਸ ਸੀਗਾ, 2011 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਜੀ, ਪਰ ਕਿਉਂਕਿ ਹਾਊਸ ਤੇ ਜੁੜਿਆ ਹੀ ਨਹੀਂ, ਹਾਊਸ ਦੀ ਇੱਕ ਤਰ੍ਹਾਂ ਦੀ ਨੋਟੀਫਿਕੇਸ਼ਨ ਹੀ ਸੀ ਹੋਈ, ਆਣ ਕੇ 2016 ਦੇ ਵਿੱਚ ਨੋਟੀਫਿਕੇਸ਼ਨ ਹੋਈ ਹੈ। ਜਦੋਂ ਨੋਟੀਫਿਕੇਸ਼ਨ ਹੋਈ ਹੈ ਉਸ ਤੋਂ ਬਾਅਦ ਉਹਦੀ ਜਿਹੜੀ ਟਨਿਓਰ ਹੈ, ਜਿਹੜੀ ਟਰਮ ਹੈ ਜਾਂ ਜਿਹੜਾ ਸਮਾਂ ਹੈ, ਉਹ 5 ਸਾਲ ਦਾ ਹੁੰਦਾ ਆ। ਉਹ 2021 ਦੇ ਵਿੱਚ ਸਤੰਬਰ ਦੇ ਵਿੱਚ ਜਾ ਕੇ ਖਤਮ ਹੋਣਾ ਹੈ। ਉਸ ਤੋਂ ਬਾਅਦ ਹੀ ਜਿਹੜੀਆਂ ਚੋਣਾਂ ਹੋਣਗੀਆਂ, ਪਰ ਜਿਹੜੇ ਮੰਗ ਕਰਦੇ ਨੇ ਕਰਵਾ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਅੱਜ ਵੀ ਤਿਆਰ ਹਾਂ। ਇਹ ਜਿਹੜੀ ਹੈ ਦੇਸ਼ ਦੀ ਕੇਂਦਰ ਦੀ ਸਰਕਾਰ ਨੇ ਕਰਾਉਣੀਆਂ ਨੇ, ਉਹਨਾਂ ਨੇ ਜਿਹੜਾ ਮੇਰਾ ਖਿਆਲ ਹੈ ਇਲੈਕਸ਼ਨ ਕਮਿਸ਼ਨ ਪਹਿਲਾਂ ਵੀ ਤੈਨਾਤ ਕੀਤਾ ਸੀਗਾ, ਉਹ ਕੰਮ ਕਰ ਸਕੇ ਨਹੀਂ ਕਰ ਸਕੇ ਉਹ ਅਲੱਗ ਗੱਲ ਹੈ। ਹੁਣ ਉਹਨਾਂ ਨੇ ਫਿਰ ਤੈਨਾਤ ਕੀਤਾ ਆ, ਉਹ ਆਪਦਾ ਪ੍ਰੋਸੈਸ ਸਟਾਰਟ ਕਰਨਗੇ। ਸਾਡੇ ਵੱਲੋਂ ਸਾਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂ ਗਿਆ। ਇਲੈਕਸ਼ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਾਰ-ਵਾਰ ਹੁੰਦੀਆਂ ਆਈਆਂ ਨੇ, ਸ਼੍ਰੋਮਣੀ ਅਕਾਲੀ ਦਲ ਓਪਨਲੀ ਲੜਦਾ ਰਿਹਾ ਹੈ, ਕਾਂਗਰਸ ਜਿਹੜੀ ਹੈ ਆਪਣੇ ਬੰਦੇ ਖੜੇ ਕਰਦੀ ਰਹੀ ਹੈ, ਭਾਵੇਂ ਸਿੱਧੇ ਰੂਪ 'ਚ ਨਹੀਂ ਆਉਂਦੀ ਰਹੀ, ਪਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਤੇ ਕਾਂਗਰਸ ਨੇ ਹੀ ਆਪਣੇ ਉਮੀਦਵਾਰ ਖੜੇ ਕੀਤੇ ਨੇ, ਤੇ ਕਾਂਗਰਸ ਦੂਸਰੇ ਬੰਨੇ ਆਊਗੀ, ਸਾਨੂੰ ਕੋਈ ਵੈਲਕਮ ਹੈ ਜੀ ਆਇਆਂ ਨੂੰ। ਅੱਛਾ ਬਲਟੋਆ ਸਾਹਿਬ, ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਬੰਦਾ ਹੁੰਦਾ, ਕੋਈ ਦੂਜੀ ਪਾਰਟੀ ਦਾ, ਕਾਂਗਰਸ ਦਾ ਬੰਦਾ ਜਾਂ ਫਿਰ ਲੈਫਟਿਸਟਾਂ ਦਾ ਬੰਦਾ, ਆਮ ਆਦਮੀ ਪਾਰਟੀ ਦਾ ਬੰਦਾ, ਕੋਈ ਸਿੱਖ ਨਹੀਂ ਹੋ ਸਕਦਾ? ਨਹੀਂ, ਦੇਖੋ ਇਹ ਤਾਂ ਕਿਸੇ ਨੇ ਨਹੀਂ ਕਿਹਾ ਵੀ ਸਿੱਖ ਨਹੀਂ ਹੋ ਸਕਦਾ। ਤੁਸੀਂ ਕਹਿਣਾ ਵੀ ਕਾਂਗਰਸ ਲੜਦੀ ਹੈ ਚੋਣਾਂ? ਕਾਂਗਰਸ ਕਹਿੰਦੀ ਹੈ ਕਿ ਅਸੀਂ ਕਦੇ ਵੀ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਨਹੀਂ ਦਿੱਤੀ, ਪਰ ਸਭ ਤੋਂ ਵੱਧ ਇਹਨਾਂ ਨੇ ਦਿੱਤੀ। ਧਾਰਮਿਕ ਤੌਰ ਤੇ ਜੇ ਦੇਸ਼ ਦੇ ਲੋਕਾਂ ਦਾ ਨੁਕਸਾਨ ਕੀਤਾ, ਸਿੱਖਾਂ ਦਾ ਨੁਕਸਾਨ ਕੀਤਾ, ਕਾਂਗਰਸ ਨੇ ਕੀਤਾ। ਔਰ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਕਾਂਗਰਸ ਲੜਦੀ ਹੈ, ਕਦੀ ਸਾਧ ਸੰਗਤ ਬੋਰਡ ਬਣਾ ਕੇ ਲੜਦੀ ਹੈ, ਕਦੀ ਪੰਥਕ ਮੋਰਚਾ ਬਣਾ ਕੇ ਲੜਦੀ ਹੈ, ਕਦੀ ਸਰਨੇ ਹੋਰੀ ਆਉਂਦੇ ਨੇ, ਕਦੀ ਕੋਈ ਆਉਂਦਾ, ਕਦੀ ਕੋਈ ਆਉਂਦਾ, ਲਿਆਂਦੀ ਹੈ ਤੁਹਾਡੇ ਸਾਹਮਣੇ। ਪਰਮਜੀਤ ਸਿੰਘ ਸਰਨਾ ਨੂੰ ਸਰਦਾਰ ਅਮਰਿੰਦਰ ਸਿੰਘ ਲੈ ਕੇ ਆਏ ਸੀਗੇ ਜੀ। ਪਰਮਜੀਤ ਸਰਨਾ ਚਲੋ ਸਿੱਖ ਹੈਗਾ, ਉਹ ਤਾਂ ਉੱਥਾ ਦਿੱਲੀ ਕਮੇਟੀ ਲੜਦਾ ਰਿਹਾ, ਉਹਨੂੰ ਭਾਈ ਨਹੀਂ ਕਹਿ ਸਕਦੇ ਗਲਤ ਆਇਆ ਉਹ। ਅੱਛਾ, ਦੂਜੀ ਗੱਲ ਇੱਕ ਹੋਰ ਆ, ਜਿਹੜਾ ਕਿ ਉਹਨਾਂ ਨੇ ਹਰਮਿੰਦਰ ਗਿੱਲ ਤੇ ਮਜੀਠੀਆ ਸਾਹਿਬ ਦੀ ਵਿਧਾਨ ਸਭਾ ਦੇ ਵਿੱਚ ਨੋਕ ਝੋਕ ਜੋ ਘਰ ਤੱਕ ਪਹੁੰਚ ਗਈ ਆ, ਨਿੱਜੀ ਤੌਰ ਤੇ ਪਹੁੰਚ ਗਏ, ਕਿ ਇਹੋ ਜਿਹੀਆਂ ਗੱਲਾਂ ਸਦਨ 'ਚ ਹੋਣੀਆਂ ਬਣਦੀਆਂ ਨੇ? ਬਲਟੋਆ ਸਾਹਿਬ, ਤੁਸੀਂ ਸਿਆਣੇ ਬੰਦੇ ਹੋ। ਦੇਖੋ, ਇਹੀ ਬਦਕਿਸਮਤੀ ਹੈ, ਇੱਕ ਜਿਹੜੀ ਵਿਧਾਨ ਸਭਾ ਉਹਦੀ ਮਰਿਆਦਾ ਆ, ਤੇ ਜਿਸ ਤਰ੍ਹਾਂ ਦਾ ਟ੍ਰੈਂਡ ਜਿਹੜਾ ਕਾਂਗਰਸੀ ਆਗੂਆਂ ਵੱਲੋਂ, ਕਾਂਗਰਸੀ ਵਿਧਾਇਕਾਂ ਵੱਲੋਂ ਸਿਰਜਿਆ ਗਿਆ, ਚਾਹੇ ਸੁੱਕੀ ਰੰਧਾਵਾ ਹੋਵੇ ਜਾਂ ਕੋਈ ਹੋਰ ਹੋਵੇ, ਜਿਸ ਤਰ੍ਹਾਂ ਵਾਰ-ਵਾਰ ਇਤਿਹਾਸ ਤੋਂ ਦੂਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਉਠਾਈਆਂ ਜਾਂਦੀਆਂ ਨੇ, ਤੇ ਉਹ ਕੇਵਲ ਤੇ ਕੇਵਲ ਜਿਹੜਾ ਆ ਮਤਲਬ ਉਹਨੂੰ ਮਾੜਾ ਕਹਿ ਸਕਦੇ ਆ। ਔਰ ਦੂਸਰੀ ਗੱਲ ਜਿਹੜੀ ਹਰਮਿੰਦਰ ਸਿੰਘ ਗਿੱਲ ਨੇ ਜਿਸ ਤਰ੍ਹਾਂ ਦੀ ਗੱਲਾਂ ਕੀਤੀਆਂ, ਜੇ ਕੱਲ ਨੂੰ ਹੁਣ ਵਿਕਰਮ ਮਜੀਠੀਆ ਹਰਮਿੰਦਰ ਗਿੱਲ ਬਾਰੇ ਗੱਲਾਂ ਕੱਢ ਕੇ ਲੈ ਆਵੇ ਜਾਂ ਉਹਦੇ ਪਰਿਵਾਰ ਬਾਰੇ ਲੈ ਕੇ ਆ ਜਾਵੇ, ਤੇ ਇਹ ਇੱਕ ਬੰਨੇ ਦੇਖੋ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਜੀਠੀਆ ਪਰਿਵਾਰ ਉਹ ਹੈ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇਗਾਂ ਮਾਰੀਆਂ ਨੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਰਨੈਲ ਰਹੇ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਹੋਂਦ ਚਾਹੁੰਦੀ ਹੈ, ਤੇ ਸਭ ਤੋਂ ਪਹਿਲੇ ਜਿਹੜੇ ਪ੍ਰਧਾਨ ਜਿਹੜੇ ਸਰਬਸੰਮਤੀ ਨਾਲ ਚੁਣੇ ਜਾਂਦੇ ਨੇ, ਉਹ ਇਹਨਾਂ ਦੇ ਦਾਦਾ ਜੀ ਪੜਦਾਦਾ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਨੇ, ਉਹ ਕੌਮ ਦੇ ਪਹਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਔਰ ਸਮੁੱਚੀਆਂ ਸੰਸਥਾਵਾਂ ਵੱਲੋਂ, ਸਮੁੱਚੀਆਂ ਸਿੰਘ ਸਭਾਵਾਂ ਵੱਲੋਂ, ਸਮੁੱਚੇ ਦਲਾਂ ਵੱਲੋਂ, ਸਮੁੱਚੇ ਪੰਥ ਵੱਲੋਂ ਜਿਹੜਾ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਦੇ ਉੱਤੇ ਹੋਏ ਇਕੱਠ ਨੇ ਸਰਬਸੰਮਤੀ ਨਾਲ ਜਿਹੜਾ ਸਭ ਤੋਂ ਪਹਿਲਾ ਪ੍ਰਧਾਨ ਚੁਣਿਆ ਸੀ, ਉਹ ਸਰਦਾਰ ਸੁੰਦਰ ਸਿੰਘ ਮਜੀਠੀਆ ਚੁਣਿਆ ਸੀਗਾ। ਇਹ ਹੋਰ ਹੀ ਗੱਲਾਂ ਕਰੀ ਜਾਂਦੇ ਨੇ ਜੀ। 1919 ਚ ਆ ਹੋਇਆ ਸੀਗਾ ਜੀ, ਜਲਿਆਂਵਾਲੇ ਬਾਗ ਚ ਆ ਹੋਇਆ ਸੀ ਜੀ, 1919 ਚ ਆ ਹੋਇਆ ਸੀ, ਜਲਿਆਂਵਾਲੇ ਬਾਗ ਚ ਆ ਹੋਇਆ ਸੀ, ਤੇ 1920 ਦੇ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਸਮੁੱਚੀ ਕੌਮ ਨੇ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ। ਇਸ ਕਰਕੇ ਐਵੇਂ ਗੱਲਾਂ ਕਰੀ ਜਾਣੀਆਂ, ਗੱਲਾਂ ਦੇ ਨਾਲ ਝੂਠ ਬੋਲੀ ਜਾਣਾ। ਹਾਂਜੀ, ਕਾਂਗਰਸ ਦੇ ਗ੍ਰਾਹ ਕਿਵੇਂ ਛਪਾ ਲੈਣਗੇ?
ਹਰਮਿੰਦਰ ਗਿੱਲ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦੀ ਬੁੱਕਲ ਦਾ ਆਨੰਦ ਮਾਣਦਾ ਰਿਹਾ, ਸਾਡੇ ਨਾਲ ਮਾਣਦਾ ਰਿਹਾ, ਸਾਡੇ ਨਾਲ ਸੀਗਾ। ਹਾਂਜੀ, ਅੱਜ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਾਤਲਾਂ ਦੇ ਨਾਲ, ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲਿਆਂ ਦੇ ਨਾਲ ਖੜ ਕੇ ਅੱਜ ਇਹੋ ਜਿਹੀਆਂ ਗੱਲਾਂ ਕਰੂਗਾ, ਕੋਈ ਗੱਲ ਹੈ? ਨਹੀਂ, ਠੀਕ ਹੈ ਤੁਹਾਡੀ ਗੱਲ। ਅਸਲ 'ਚ ਨਾ ਉਹ ਜਦੋਂ ਇਹਨਾਂ ਨੇ ਭਗਵੰਤ ਮਾਨ ਨੇ ਕਿਹਾ ਸੀ ਨਾ ਮਜੀਠੀਆ ਸਾਹਿਬ ਨੂੰ ਵੀ ਉਹਨਾਂ ਦੇ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਤੇ ਅਟੈਕ ਕਰਕੇ ਸ਼ਾਮ ਨੂੰ ਡਿਨਰ ਕੀਤਾ ਸੀ, ਮਜੀਠੀਆ ਸਾਹਿਬ ਨੂੰ ਕੇਸ ਕਰਨਾ ਬਣਦਾ ਸੀ ਉਹਨਾਂ ਦੇ ਉੱਪਰ, ਜਿਵੇਂ ਕਿ ਕੇਜਰੀਵਾਲ ਤੇ ਕੀਤਾ। ਚਲੋ ਮੇਰਾ ਅਗਲਾ ਸਵਾਲ ਹੈਗਾ, ਆਖਰੀ ਸਵਾਲ ਹੈ, ਕਿਸਾਨ ਅੰਦੋਲਨ ਚੱਲ ਰਿਹਾ ਹੈ ਜੀ, ਪੰਜਾਬ ਦੀ ਸਿਆਸਤ ਤੇ ਤੁਸੀਂ ਇਹਦਾ ਕੀ ਅਸਰ ਦੇਖਦੇ ਹੋ? ਦੇਖੋ, ਕਿਸਾਨ ਅੰਦੋਲਨ ਹਰੇਕ ਪੰਜਾਬੀ, ਹਰੇਕ ਵਿਅਕਤੀ, ਚਾਹੇ ਮੈਂ ਆਪਣੀ ਗੱਲ ਕਰ ਲਵਾਂ ਚਾਹੇ ਕੋਈ ਵੀ ਹੈ, ਉਹਦੀਆਂ ਭਾਵਨਾਵਾਂ ਔਰ ਉਹਦੀ ਇੱਛਾ ਜਿਹੜੀ ਹੈ ਇਹੀ ਹੈ ਕਿ ਇਹ ਕਿਸਾਨੀ ਅੰਦੋਲਨ ਜਿਹੜਾ ਸਫਲ ਹੋਣਾ ਚਾਹੀਦਾ ਹੈ। ਔਰ ਜਿੱਥੋਂ ਤੱਕ ਇਸ ਅੰਦੋਲਨ ਦੀ ਹੈ, ਇਸ ਅੰਦੋਲਨ ਦੀ ਖਾਸੀਅਤ ਇਹੀ ਹੈ ਕਿ ਇਹ ਰਾਜਨੀਤੀ ਤੋਂ ਰਹਿਤ ਅੰਦੋਲਨ ਹੈ। ਜੇ ਅੱਜ ਉਹਦੇ ਵਿੱਚ ਚਾਹੇ ਉੱਥੇ ਜਿਹੜੇ ਵੀ ਲੋਕ ਜਾਂਦੇ ਨੇ, ਜਿਹੜੇ ਵੀ ਉੱਥੇ ਲੋਕ ਸ਼ਮੂਲੀਅਤ ਕਰਦੇ ਨੇ, ਉਹ ਕਿਸੇ ਨਾ ਕਿਸੇ, ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਸਿੱਧੇ ਰੂਪ 'ਚ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਬੱਝੇ ਹੋਏ ਨੇ, ਕਿਸੇ ਨਾ ਕਿਸੇ ਪਾਰਟੀ ਨਾਲ, ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਨੇ। ਮੈਂ ਇਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ, ਵੱਖ-ਵੱਖ ਪਾਰਟੀਆਂ ਦੇ ਜਿਹੜੇ ਵਰਕਰ ਸਾਹਿਬਾਨ ਨੇ, ਵੋਟਰ ਸਾਹਿਬਾਨ ਨੇ, ਉੱਥੇ ਸ਼ਮੂਲੀਅਤ ਕਰ ਰਹੇ ਨੇ। ਬੜੀ ਵੱਡੀ ਪੱਧਰ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ ਜਿਹੜੇ ਨੇ, ਜਿਹੜੇ ਸਰਗਰਮ ਨੇ, ਸਰਗਰਮ ਵਰਕਰ ਨੇ, ਜਿਹੜੇ ਜੱਦੀ ਪੁਸ਼ਤੀ ਤੁਰੇ ਆਉਂਦੇ ਨੇ, ਉਹ ਵੀ ਉੱਥੇ ਸ਼ਮੂਲੀਅਤ ਕਰ ਰਹੇ ਨੇ। ਇਸ ਤਰ੍ਹਾਂ ਹੀ ਹੋਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੇ ਲੋਕ ਨੇ, ਉਹ ਵੀ ਉੱਥੇ ਸ਼ਮੂਲੀਅਤ ਕਰ ਰਹੇ ਨੇ। ਪਰ ਸਭ ਤੋਂ ਵੱਡੀ ਖਾਸੀਅਤ ਇਹੀ ਹੈ ਕਿ ਰਾਜਨੀਤੀ ਨੂੰ ਪਾਸੇ ਰੱਖ ਕੇ ਕੇਵਲ ਤੇ ਕੇਵਲ ਕਿਸਾਨੀ ਝੰਡਾ ਲੈ ਕੇ, ਕਿਸਾਨੀ ਸੋਚ ਲੈ ਕੇ, ਕੇਂਦਰ ਵੱਲੋਂ ਜਿਹੜੇ ਬਣਾਏ ਗਏ ਕਾਲੇ ਕਾਨੂੰਨ ਨੇ ਉਹਨਾਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਲੜੀ ਜਾ ਰਹੀ ਹੈ। ਇਸ ਕਰਕੇ ਜਿਹੜਾ ਇਸ ਅੰਦੋਲਨ ਬਾਰੇ ਕਿਸ ਤਰ੍ਹਾਂ ਦੀ ਰਾਜਨੀਤਿਕ ਗੱਲ ਕਰਨਾ ਜਾਂ ਰਾਜਨੀਤੀ ਕਮੈਂਟ ਕਰਨਾ ਨਾ ਮੈਂ ਮੁਨਾਸਬ ਸਮਝਦਾ ਤੇ ਨਾ ਇਹਦੇ ਉੱਤੇ ਹੋਣਾ ਹੀ ਚਾਹੀਦਾ ਜੀ। ਨਹੀਂ ਬਲਟੋਆ ਸਾਹਿਬ, ਮੇਰਾ ਸਵਾਲ ਹੋਰ ਸੀਗਾ, ਮੈਂ ਕਿਹਾ ਜੀ ਪੰਜਾਬ 2022 ਚੋਣਾਂ ਆ ਰਹੀਆਂ ਨੇ, ਪੰਜਾਬ ਦੀ ਸਿਆਸਤ ਇਹਦਾ ਕੀ ਅਸਰ ਹੋਏਗਾ? ਮੇਰਾ ਸਵਾਲ ਇਹ ਸੀਗਾ। ਨਹੀਂ ਦੇਖੋ, 2022 ਦੀਆਂ ਚੋਣਾਂ ਜਿਹੜੀਆਂ ਨੇ, ਚੋਣਾਂ ਹੋਣਗੀਆਂ, ਪਾਰਟੀਆਂ ਚੋਣਾਂ ਲੜਨਗੀਆਂ, ਪਰ ਜੇ ਆਪਾਂ ਕਹੀਏ ਕਿਸਾਨੀ ਅੰਦੋਲਨ ਦੀ ਗੱਲ ਹੈ, ਕਿਸਾਨੀ ਅੰਦੋਲਨ ਦੇ ਜਿਹੜੇ ਲੋਕਾਂ ਨੇ, ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਹੈ, ਜਿਨ੍ਹਾਂ ਦੀ ਕੇਂਦਰ ਤੇ ਸਰਕਾਰ ਹੈ, ਹਾਂਜੀ, ਉਹ ਵੀ ਪੰਜਾਬ ਦੇ ਵਿੱਚ ਇੱਕ ਵੱਡੀਆਂ ਪਾਰਟੀਆਂ 'ਚ ਆਉਂਦੀ ਸੀਗੀ। ਅੱਜ ਉਹਨਾਂ ਲੋਕਾਂ ਨੂੰ ਜਿਹੜਾ ਕਿਸਾਨੀ ਅੰਦੋਲਨ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ। ਉਹ ਲੋਕ ਜਿਹੜੇ ਆ ਉਹਨਾਂ ਨੂੰ ਵਿਰੋਧ ਝੱਲਣਾ ਪਊਗਾ। ਔਰ ਮੇਰਾ ਨਹੀਂ ਖਿਆਲ ਕਿ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਤਰ੍ਹਾਂ ਦੇ, ਕਿਸੇ ਵੀ ਥਾਂ ਤੇ, ਚਾਹੇ ਪਿੰਡੂ ਹੋਵੇ ਚਾਹੇ ਸ਼ਹਿਰ ਹੋਵੇ, ਕਿਸੇ ਥਾਂ ਤੇ ਜਿਹੜੇ ਪੈਰਲਲ ਲੱਗ ਸਕਦੇ ਨੇ। ਬਾਕੀ ਜਿਹੜਾ ਜਿਹੜੀਆਂ 2022 ਦੀਆਂ ਚੋਣਾਂ ਨੇ ਉਹ ਆਮ ਨੋਰਮਲ ਤਰੀਕੇ ਦੇ ਨਾਲ ਹੀ ਇਹ ਲੜੀਆਂ ਜਾਣਗੀਆਂ। ਪਰ ਗੱਲ ਤਾਂ ਹੈਗੀ ਹੈ ਕਿ ਜਿਨ੍ਹਾਂ ਲੋਕਾਂ ਨੇ ਕਿਸਾਨੀ ਵਾਸਤੇ ਕੀਤਾ ਹੈ, ਹੁਣ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ, ਨਾ ਤੁਹਾਡਾ ਸਵਾਲ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਹੁੰ ਖਾ ਕੇ ਕਿਹਾ ਸੀਗਾ ਕਿ ਮੈਂ ਤੁਹਾਡੇ ਸਾਰੇ ਕਰਜ਼ੇ ਮਾਫ਼ ਕਰੂੰ। 1 ਲੱਖ ਕਰੋੜ ਦਾ ਕਰਜ਼ਾ ਆ, 4000 ਕਰੋੜ ਕਰਜ਼ਾ ਜਿਹੜਾ ਆ ਉਹ ਮਾਫ਼ ਕਰਕੇ ਬੱਲੇ ਬੱਲੇ ਕਰਵਾਈ ਜਾ ਰਹੀ ਹੈ। ਬੜੇ ਬੜੇ ਭਾਸ਼ਣ ਦਿੱਤੇ ਜਾ ਰਹੇ ਨੇ ਕਿ ਅਸੀਂ ਕਰਜ਼ਾ ਮਾਫੀ ਕਰਤੀ। 1 ਲੱਖ ਕਰੋੜ ਦੇ ਬਰਾਬਰ ਤੁਸੀਂ 4000 ਕਰੋੜ ਦਾ ਕਰਜ਼ਾ, ਉਹ ਵੀ ਉਹਨਾਂ ਲੋਕਾਂ ਦਾ ਜਿਹੜੇ ਸਿੱਧੇ ਰੂਪ ਚ ਕਾਂਗਰਸ ਨਾਲ ਜੁੜੇ ਹੋਏ ਨੇ। ਔਰ ਤੁਸੀਂ ਦੇਖੋ ਕਾਂਗਰਸ ਦਾ ਨੁਮਾਇੰਦਾ ਇੱਥੇ ਕੋਈ ਹੈ ਨਹੀਂਗਾ। ਬਲਟੋਆ ਸਾਹਿਬ, ਨੁਮਾਇੰਦਾ ਕਾਂਗਰਸ ਦਾ ਤੇ ਕੋਈ ਨਹੀਂ ਹੈਗਾ, ਇਸ ਕਰਕੇ ਕਾਂਗਰਸ ਦੇ ਵਿਰੁੱਧ ਨਾ ਬੋਲੋ। ਉਹਦਾ ਨੁਮਾਇੰਦਾ ਕੋਈ ਨਹੀਂ ਹੈਗਾ ਕਾਂਗਰਸ ਦਾ ਇੱਥੇ, ਇਸ ਕਰਕੇ ਬਲਟੋਆ ਸਾਹਿਬ ਨੁਮਾਇੰਦੇ ਦੀ ਗੱਲ ਨਹੀਂ ਮੈਂ ਕਰ ਰਿਹਾ। ਮੈਂ ਤੇ ਆਪਦੇ ਜਿਹੜੀ ਆ ਗੱਲ ਕਰ ਰਿਹਾ। ਹੁਣ ਕਿਸਾਨੀ ਮਸਲੇ ਦੀ ਗੱਲ ਚੱਲਦੀ ਹੈ ਨਾ ਜੀ, ਇਸ ਕਰਕੇ ਜਿਹੜਾ ਜਿਨ੍ਹਾਂ ਲੋਕਾਂ ਨੇ ਨੁਮਾਇੰਦਾ ਤੇ ਤੁਹਾਡੇ ਜਵਾਬ ਦੇ ਵਾਸਤੇ ਕੋਈ ਹੈਗਾ ਕੀਤਾ ਆ, ਅਸੀਂ ਆਪਦੇ ਕਿਸਾਨੀ ਜਿਹੜੇ ਕਿਸਾਨੀ ਵਾਸਤੇ ਜੋ ਕੁਝ ਕਦਮ ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਨੇ ਉਹ ਲੈ ਕੇ ਅਸੀਂ 2022 ਦੇ ਵਿੱਚ ਜਾਵਾਂਗੇ ਜੀ। ਠੀਕ ਹੈ ਤੇ ਬਲਟੋਆ ਸਾਹਿਬ, ਇੱਕ ਜਾਂਦੇ ਜਾਂਦੇ ਸਵਾਲ, ਆਖਰੀ ਸਵਾਲ ਹੈ ਕਿ ਦੀਪ ਸਿੱਧੂ ਨੂੰ ਲੈ ਕੇ ਕੀ ਸਟੈਂਡ ਹੈ? ਕਿਉਂਕਿ ਦੀਪ ਸਿੱਧੂ ਨੂੰ ਲੈ ਕੇ ਕੱਲ 2 ਵੱਖਰੇ ਵੱਖਰੇ ਬਿਆਨ ਆਏ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਤਾਰਪੀਡੋ ਕਰਨ ਵਾਲੇ ਲੋਕ ਨੇ ਜਾਂ ਸਾਬੋਟਾਈਜ਼ ਕਰਨ ਵਾਲੇ ਨੇ ਉਹਨਾਂ ਦੇ ਨਾਲ ਨਹੀਂ ਖੜੇ, ਤੇ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ, ਉਹ ਵੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ, ਸਾਡਾ ਛੋਟਾ ਭਰਾ ਹੈ ਦੀਪ ਸਿੱਧੂ, ਅਸੀਂ ਉਹਦੇ ਨਾਲ ਖੜੇ ਹਾਂ। ਦੇਖੋ, ਦੀਪ ਸਿੱਧੂ ਬਾਰੇ ਜਿੱਥੋਂ ਤੱਕ ਨਾ ਤੇ ਮੈਂ ਗੱਲ ਕਰਦਾ ਹਾਂ ਤੇ ਨਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਾ ਆ, ਕਿਸਾਨੀ ਸੰਘਰਸ਼ ਨੂੰ ਚਲਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਓਪਨਲੀ ਕਿਹਾ ਆ ਜੀ, ਔਰ ਸਾਰਿਆਂ ਨੇ ਦੇਖਿਆ ਵੀ ਹੈ ਕਿ ਜਿਹੜਾ ਕਿਸਾਨੀ ਸੰਘਰਸ਼ ਸੀਗਾ, ਜੋ 25 ਜਨਵਰੀ ਤੱਕ ਜਿਸ ਪੀਕ ਤੇ ਸੀ, ਜਿਸ ਜੋਸ਼ 'ਚ ਸੀਗਾ, ਜਿਸ ਜਜ਼ਬੇ 'ਚ ਸੀਗਾ, ਔਰ ਦੁਨੀਆ ਦਾ ਇੱਕ
ਲਾ ਮਿਸਾਲ ਜਿਹੜਾ ਆ ਉਹ ਸੰਘਰਸ਼ ਬਣ ਚੁੱਕਾ ਸੀਗਾ। ਤੇ 25 ਤੋਂ ਬਾਅਦ ਜਿਸ ਤਰ੍ਹਾਂ ਦਾ ਉਹਦੇ 'ਚ ਕਮੀਆਂ ਆਈਆਂ ਨੇ, ਨਿਗਾਰ ਆਇਆ ਨੇ, ਜਿਸ ਤਰ੍ਹਾਂ ਦੇ ਉੱਥੇ ਮਾਹੌਲ ਬਣਿਆ ਨੇ, ਉਹਦੇ ਵਾਸਤੇ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਤੁਸੀਂ ਪਾਸੇ ਤੇ ਕਰ ਨਹੀਂ ਸਕਦੇ, ਉਸ ਦੋਸ਼ ਤੋਂ ਤੁਸੀਂ ਮੁਕਤ ਤੇ ਕਰ ਨਹੀਂ ਸਕਦੇ। ਬਿਲਕੁਲ। ਇਸ ਕਰਕੇ ਜਿਹੜਾ ਆ 25 ਤਰੀਕ ਰਾਤ ਨੂੰ ਜਿਸ ਤਰ੍ਹਾਂ ਦੀ ਉੱਥੇ ਪ੍ਰੋਵੋਕੇਸ਼ਨ ਕੀਤੀ ਗਈ, ਜਿਸ ਤਰ੍ਹਾਂ ਦਾ ਉੱਥੇ ਮਾਹੌਲ ਸਿਰਜਿਆ ਗਿਆ, ਜਿਨ੍ਹਾਂ ਲੋਕਾਂ ਨੇ ਸਿਰਜਿਆ, ਚਾਹੇ ਉਹ ਦੀਪ ਸਿੱਧੂ ਆ ਚਾਹੇ ਕੋਈ ਹੋਰ ਹੈ, ਉਹ ਉਸ ਦੋਸ਼ ਤੋਂ ਤਾਂ ਮੁਕਤ ਹੋ ਨਹੀਂ ਸਕਦੇ। ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਗੱਲ ਕੀਤੀ ਹੈ। ਜਿੱਥੋਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਹੈ, ਸਰਦਾਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਸਵਾਲ ਹੈ, ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਉੱਥੇ ਕੋਈ ਪਾਰਟੀਬਾਜ਼ੀ ਦੇ ਆਧਾਰ ਤੇ ਕੋਈ ਉੱਥੇ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਰੋਲ ਅਦਾ ਕਰ ਰਹੀ ਹੈ। ਇਹ 'ਚ ਕੋਈ ਤਰ੍ਹਾਂ ਨਹੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਰ੍ਹਾਂ ਦੀ ਸੋਚ ਹੈ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਬੇਨਤੀ ਹੈ ਕਿ ਜੋ ਵੀ ਵੱਧ ਤੋਂ ਵੱਧ ਇਸ ਕਿਸਾਨੀ ਸੰਘਰਸ਼ ਵਾਸਤੇ ਕੀਤਾ ਜਾ ਸਕਦਾ ਹੈ, ਜਾਂ ਜਿਹੜੇ ਲੋਕਾਂ ਦੇ ਉੱਤੇ ਮੁਕੱਦਮੇ ਬਣਾਏ ਗਏ ਨੇ, ਜਿਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ ਆ, ਉਹਨਾਂ ਬਾਰੇ ਜੋ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਧ ਤੋਂ ਵੱਧ ਕਰ ਸਕਦੀ ਹੈ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਸਪੈਸ਼ਲ ਡਿਊਟੀ ਲਾਈ ਹੈ। ਹਾਂ, ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਦੀਪ ਸਿੱਧੂ ਹੋਰਾਂ ਦਾ ਇੱਕ ਫਰਜ਼ ਸਮਝਦੇ ਹੋ ਜੇ ਉਹਨਾਂ ਦੀ ਰਿਹਾਈ ਦੇ ਵਿੱਚ, ਉਹਨਾਂ ਦੀ ਜ਼ਮਾਨਤ ਦੇ ਵਿੱਚ ਰੋਲ ਅਦਾ ਕਰਦੀ ਹੈ, ਉਹ ਉਹਨਾਂ ਦੀ ਮਰਜ਼ੀ ਹੈ। ਬਾਕੀ ਅਸੀਂ ਤੇ ਉਹ ਗੱਲ ਕੀਤੀ ਹੈ ਕਿ ਜੋ ਦੀਪ ਸਿੱਧੂ ਦਾ 26 ਜਨਵਰੀ ਨੂੰ ਰੋਲ ਰਿਹਾ ਹੈ, ਜਿਹਦੇ ਕਰਕੇ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਮੈਂ ਨਹੀਂ ਕਹਿੰਦਾ, ਤੁਸੀਂ ਵੀ ਕਹਿੰਦੇ ਹੋਗੇ, ਤੁਸੀਂ ਵੀ ਮਹਿਸੂਸ ਕਰਦੇ ਹੋਗੇ ਕਿ ਵਾਕਿਆ ਕਿ 26 ਜਨਵਰੀ ਤੋਂ ਬਾਅਦ ਜਿਹੜੀ ਇੱਕ ਢਾਹ ਲੱਗੀ ਹੈ। ਜੋ ਕੁਛ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ, ਜਿਸ ਤਰ੍ਹਾਂ ਦਾ ਉੱਥੇ ਜੋ ਕੁਛ ਵਾਪਰਿਆ, ਉਹ ਨਹੀਂ ਸੀ ਵਾਪਰਨਾ ਚਾਹੀਦਾ, ਨਹੀਂ ਸੀ ਵਾਪਰਨਾ ਚਾਹੀਦਾ। ਭਾਵੇਂ ਉਹਦੇ ਪਿੱਛੇ ਕੇਂਦਰ ਸਰਕਾਰ ਦੀ ਵੀ ਇੱਕ ਚਾਲ ਸੀਗੀ, ਤੇ ਚਾਲ ਦੇ ਵਿੱਚ ਇਹ ਸਿੱਧੇ ਰੂਪ 'ਚ ਉਂਗਲ ਉੱਠਦੀ ਹੈ ਕਿ ਕੇਂਦਰ ਸਰਕਾਰ ਦੇ ਮਗਰ ਦੀਪ ਸਿੱਧੂ ਦੇ ਮਗਰ ਕੇਂਦਰ ਸਰਕਾਰ ਸੀ ਜਾਂ ਭਾਰਤੀ ਜਨਤਾ ਪਾਰਟੀ ਸੀ, ਉਹਨਾਂ ਨੇ ਇਹਦੇ ਤੋਂ ਕਰਵਾਇਆ। ਇਹ ਹੈ ਕਿ ਨਹੀਂ ਹੈ, ਇਹ ਇਨਵੈਸਟੀਗੇਸ਼ਨ ਦਾ ਮਾਮਲਾ। ਮੈਂ ਨਹੀਂ ਕਹਿੰਦਾ, ਇਹ ਆਮ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਕਹਿੰਦੇ ਨੇ। ਤੇ ਬਾਕੀ ਦੀਪ ਸਿੱਧੂ ਨਾਲ ਕੋਈ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਨਾ ਤੇ ਕੋਈ ਟਕਰਾਓ ਹੈ ਤੇ ਨਾ ਕੋਈ ਵਿਰੋਧ ਹੈ। ਜੀ ਜੀ, ਮਿਹਰਬਾਨੀ ਵਲਟੋਆ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਕੀਤੇ, ਕਿਸਾਨ ਅੰਦੋਲਨ ਨੂੰ ਲੈ ਕੇ, ਸਿਆਸਤ ਨੂੰ ਲੈ ਕੇ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।